पूरा सतगुर मिलिया, निबड़ गया ए उसदा लेखा। चरण तोड़ मस्तक ते लाया, बदल जाए मथे दी रेखा। जिसने अपना प्रभु पछाता, उसदा होया बेड़ा पार। इस जग अंदर योही सुखिया, बाकी दुखिया कुल संसार। तत्ती वाना उसनों लगे, जिस ते गुरपूरा किरपाल। लोक सुखी पर लोक सुहेला, इथे ओथे रहिंदा नाल। भगतां दा मुख उजला हुंदा, जग विच हुंदी जय जयकार। निंदकां दा मूंह काला हुंदा, पैंदी जम्मां दी फटकार। गुरमुखां दा मार्ग वखरा, मनमुखां दा रस्ता होर। कहे अवतार सुनो रे संतों, दोहां दी नहीं मिलदी टोर। एक तू ही निरंकार, जिसनों पूरा सतगुर मिलिया, निबर गया ए उसदा लेखा। सतगुरु ਸਰੂਪ ਪਿਆਰੀ ਸਾਧ ਸੰਗਤ, ਪਿਆਰ ਨਾਲ ਕਹਿਣਾ ਜੀ ਦਾ ਨਿਰੰਕਾਰ ਜੀ। ਸਾਧ ਸੰਗਤ, ਆਪ ਸੰਤ ਮਹਾਤਮਾ ਸਾਰੇ ਮਿਲ ਕੇ ਇਸ ਨਿਰਾਕਾਰ ਪਰਮਾਤਮਾ ਦਾ ਜਸ਼ੋਗਾਨ ਗਾ ਰਹੇ ਹੋ ਪਿਛਲੇ 1 ਘੰਟੇ ਤੋਂ। ਸਾਧ ਸੰਗਤ ਆਪਣੇ ਆਪਣੇ ਤਰੀਕੇ ਨਾਲ ਜਿਸ ਤਰ੍ਹਾਂ ਕਿਸੇ ਨੂੰ ਇਹਦਾ ਅਨੁਭਵ ਹੁੰਦਾ ਹੈ, ਉਹ ਸਾਧ ਸੰਗਤ ਬਿਆਨ ਕਰਦਾ ਹੈ ਕਿ ਮੈਨੂੰ ਸਤਿਗੁਰੂ ਦੇ ਚਰਨਾਂ 'ਚ ਆ ਕੇ ਮੇਰੇ ਜੀਵਨ 'ਚ ਕੀ ਬਦਲਾਅ ਆਇਆ, ਉਹ ਸ਼ੇਅਰ ਕਰਦਾ ਹੈ। ਔਰ ਫਿਰ ਇਹ ਬਿਆਨ ਕਰਦਾ ਹੈ ਕਿ ਆਓ ਮੈਂ ਸੁਖੀ ਹੋ ਗਿਆ ਹਾਂ। ਅਗਰ ਕੋਈ ਸੁਖੀ ਹੋਣਾ ਚਾਹੁੰਦਾ ਹੈ ਤਾਂ ਮੇਰੇ ਸਤਿਗੁਰੂ ਦੀ ਸ਼ਰਨ 'ਚ ਆਓ, ਇੱਥੇ ਸੁੱਖ ਮਿਲਦੇ ਹਨ। ਗੁਰਬਾਣੀ 'ਚ ਲਿਖਿਆ ਹੈ, ਸੁੱਖ ਕਿਤੇ ਨਾ ਮਿਲਦਾ ਜੀ, ਸੁੱਖ ਸਤਿਗੁਰੂ ਦੀ ਸ਼ਰਨੀ। ਹੋਰ ਦੁਨੀਆ 'ਚ ਕਿਤੇ ਸੁੱਖ ਨਹੀਂ ਹੈ। ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ। ਸੁੱਖ ਹੈ ਵਿੱਚ ਵਿਚਾਰ ਦੇ, ਸੰਤਾਂ ਸ਼ਰਨ ਪਿਆ। ਐਸਾ ਗੁਰਬਾਣੀ 'ਚ ਲਿਖਿਆ ਹੈ। ਔਰ ਸਾਧ ਸੰਗਤ ਇਹ ਲਿਖਿਆ ਹੈ, ਸਿਰਫ ਪੜ੍ਹਨ ਵਾਸਤੇ ਨਹੀਂ ਲਿਖਿਆ, ਪੜ੍ਹ ਕੇ ਸੁਣਾਉਣ ਵਾਸਤੇ ਨਹੀਂ ਲਿਖਿਆ, ਸੁਣਨ ਵਾਸਤੇ ਨਹੀਂ ਲਿਖਿਆ। ਇਹ ਲਿਖਿਆ ਹੈ ਅਮਲ ਕਰਨ ਵਾਸਤੇ। ਜੋ ਲਿਖਿਆ ਹੈ ਉਹਦੇ ਮੁਤਾਬਕ ਮੈਂ ਆਪਣਾ ਜੀਵਨ ਢਾਲਣਾ ਹੈ। ਔਰ ਸਾਧ ਸੰਗਤ, ਸੁਖੀ ਹੋਣੇ ਵਾਸਤੇ ਪਿਛਲੇ ਗੁਰੂ ਪੀਰ ਪੈਗੰਬਰ ਜਿੰਨੇ ਵੀ ਹੋਏ, ਉਹਨਾਂ ਨੇ ਸਾਧ ਸੰਗਤ ਆਪਣੇ ਬਿਆਨ ਜੋ ਹੈ ਗ੍ਰੰਥਾਂ 'ਚ ਦਰਜ ਕਰ ਦਿੱਤੇ ਕਿ ਅਗਰ ਕੋਈ ਸੁਖੀ ਹੋਣਾ ਚਾਹੇਗਾ, ਇਹ ਕਰਮ ਕਰੇਗਾ ਤਾਂ ਸੁਖੀ ਹੋ ਜਾਏਗਾ। ਦੁਨੀਆ ਸਾਧ ਸੰਗਤ ਕੀ ਕਰਦੀ ਹੈ? ਪੈਸੇ ਵਿੱਚ ਸੁੱਖ ਢੂੰਡਦੀ ਹੈ। ਦੁਨੀਆ ਦੀ ਦੌੜ ਲੱਗੀ ਹੋਈ ਹੈ ਸਵੇਰੇ ਤੋਂ ਸ਼ਾਮ ਤੱਕ, ਬਈ ਜ਼ਿਆਦਾ ਤੋਂ ਜ਼ਿਆਦਾ ਪੈਸਾ ਇਕੱਠਾ ਹੋ ਜਾਵੇ ਫਿਰ ਮੈਂ ਸੁਖੀ ਹੋ ਜਾਵਾਂਗਾ। ਲੇਕਿਨ ਸਾਧ ਸੰਗਤ, ਸਾਡੇ ਸਾਹਮਣੇ ਦੇਖਦੇ ਦੇਖਦੇ ਲੋਕੀ ਲੱਖਾਂ ਪਤੀ ਵੀ ਹਨ, ਕਰੋੜਾਂ ਪਤੀ ਵੀ ਹਨ, ਅਰਬਾਂ ਪਤੀ ਵੀ ਹਨ। ਲੇਕਿਨ ਸਾਧ ਸੰਗਤ, ਕਿਸੇ ਨੂੰ ਪੁੱਛੋ ਕਿ ਤੂੰ ਸੁਖੀ ਹੈ, ਉਹ ਕਹੇਗਾ ਨਹੀਂ ਮੈਂ ਸੁਖੀ ਨਹੀਂ ਹਾਂ। ਕਿਉਂਕਿ ਸੁੱਖ ਪੈਸੇ ਵਿੱਚ ਨਹੀਂ ਹੈ। ਪੈਸੇ ਨਾਲ ਅਸੀਂ ਸੁੱਖਾਂ ਦੇ ਸਾਧਨ ਜ਼ਰੂਰ ਖਰੀਦ ਸਕਦੇ ਹਾਂ, ਅੱਛੇ ਅੱਛੇ ਮਕਾਨ ਬਣਾ ਸਕਦੇ ਹਾਂ, ਅੱਛਾ ਫਰਨੀਚਰ ਉਹਦੇ 'ਚ ਲਗਾ ਸਕਦੇ ਹਾਂ, ਅੱਛੇ ਅੱਛੇ ਬੈੱਡ ਸੋਫੇ, ਜੋ ਵੀ ਸਾਧ ਸੰਗਤ ਸੁੱਖ ਦੇ ਸਾਧਨ ਹੁੰਦੇ ਹਨ, ਉਹ ਅਸੀਂ ਖਰੀਦ ਕੇ ਰੱਖ ਸਕਦੇ ਹਾਂ। ਲੇਕਿਨ ਸਾਧ ਸੰਗਤ, ਉਹਨਾਂ ਬੈੱਡਾਂ ਦੇ ਉੱਪਰ ਸਾਨੂੰ ਨੀਂਦ ਹੀ ਨਾ ਆਵੇ, ਕਿਉਂਕਿ ਚਿੰਤਾ ਲੋਕ ਲੱਗੇ ਹੋਏ ਹਨ ਇਨਸਾਨ ਨੂੰ। ਸਾਧ ਸੰਗਤ ਫਿਰ ਕਿੱਥੋਂ ਸੁਖੀ ਹੋਇਆ ਉਹ? ਖਾਣ ਵਾਸਤੇ ਸਾਧ ਸੰਗਤ ਬਿਮਾਰੀਆਂ ਲੱਗੀਆਂ ਹੋਣ, ਡਾਕਟਰ ਕਹੇ ਕਿ ਇਹ ਨਹੀਂ ਖਾਣਾ, ਇਹ ਨਹੀਂ ਖਾਣਾ, ਤੇ ਪੈਸੇ ਨੂੰ ਕੀ ਕਰਨਾ? ਪੈਸੇ ਨੂੰ ਚੱਟਣਾ ਥੋੜ੍ਹੀ ਸਾਧ ਸੰਗਤ। ਸਤਿਗੁਰੂ ਜੋ ਹੁੰਦਾ ਹੈ, ਦੁਨੀਆ ਦੇ ਵਿੱਚ ਆਉਂਦਾ ਹੈ, ਇਹ ਆਤਮਿਕ ਸੁੱਖ ਦਿੰਦਾ ਹੈ, ਇਹ ਆਤਮਾ ਨੂੰ ਸੁਖੀ ਕਰਦਾ ਹੈ। ਔਰ ਸਾਧ ਸੰਗਤ, ਆਤਮਾ ਸੁਖੀ ਹੈ, ਇਹ ਪਰਮਾਤਮਾ ਨਾਲ ਅਗਰ ਇੱਕ ਮਿਕ ਹੈ
ਸਾਧ ਸੰਗਤ ਕੋਈ ਵਜ੍ਹਾ ਨਹੀਂ ਹੈ ਕਿ ਇਨਸਾਨ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਦੁੱਖ ਮਹਿਸੂਸ ਹੋਵੇ। ਇਹ ਸਰੀਰ ਦੀ ਅਵਸਥਾ ਹੈ। ਦੁੱਖ ਤੇ ਸਰੀਰ ਨਾਲ ਆਉਂਦੇ ਜਾਂਦੇ ਰਹਿੰਦੇ ਹਨ। ਲੇਕਿਨ ਅਗਰ ਸਾਧ ਸੰਗਤ ਤੰਦਰੁਸਤ ਵੀ ਹੈ ਬੰਦਾ, ਅਗਰ ਉਹਦੀ ਆਤਮਾ ਸੁਖੀ ਨਹੀਂ ਹੈ, ਆਤਮਾ 'ਚ ਚਿੰਤਾ ਲੱਗੀ ਹੋਈ ਹੈ ਕਿਸੇ ਨਾ ਕਿਸੇ ਚੀਜ਼ ਦੀ, ਫਿਰ ਉਹ ਕਿੱਥੇ ਸੁਖੀ ਹੈ। ਔਰ ਅਗਰ ਆਤਮਾ ਸਾਧ ਸੰਗਤ ਸੁਖੀ ਹੈ, ਸਰੀਰ ਦੀ ਅਵਸਥਾ ਜਿਹੋ ਜਿਹੀ ਮਰਜ਼ੀ ਹੋਵੇ, ਸਾਧ ਸੰਗਤ ਉਹ ਸੁਖੀ ਹੁੰਦਾ ਹੈ। ਫਿਰ ਉਹਨੂੰ ਸਾਧ ਸੰਗਤ ਕਿਸੇ ਚੀਜ਼ ਦੀ ਚਿੰਤਾ ਨਹੀਂ ਹੁੰਦੀ, ਕਿਸੇ ਚੀਜ਼ ਦੀ ਚਾਹਨਾ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਇਹ ਨਾਮ ਧਨ ਜੋ ਮਿਲਿਆ ਹੈ, ਇਹਨੂੰ ਸੰਭਾਲ ਕੇ ਰੱਖਦੇ ਹਨ, ਇਹਦੇ ਨਾਲ ਜੁੜਦੇ ਹਨ। ਪਰਮ ਪਿਤਾ ਪਰਮਾਤਮਾ ਦੇ ਗੁਣ ਗਾਉਂਦੇ ਹਨ ਲੋਕ ਬਿਨਾਂ ਜਾਣੇ ਦੇ। ਔਰ ਸਾਧ ਸੰਗਤ ਜਿੰਨਾ ਵੀ ਇਹ ਜਿੰਨੇ ਵੀ ਪੀਰ ਪੈਗੰਬਰ ਹੋਏ, ਜਿਨ੍ਹਾਂ ਨੇ ਗ੍ਰੰਥ ਵੇਦ ਸ਼ਾਸਤਰ ਲਿਖੇ, ਇਹਨਾਂ ਨੇ ਪਰਮਾਤਮਾ ਨੂੰ ਜਾਣਿਆ, ਪਰਮਾਤਮਾ ਨੂੰ ਜਾਣ ਕੇ ਪਰਮਾਤਮਾ ਦੀ ਭਗਤੀ ਕੀਤੀ। ਫਿਰ ਉਹਨਾਂ ਨੇ ਆਪਣੇ ਐਕਸਪੀਰੀਅੰਸ ਲਿਖ ਕੇ ਰੱਖ ਦਿੱਤੇ ਕਿ ਆਉਣ ਵਾਲੀਆਂ ਜਨਰੇਸ਼ਨ ਇਹਨਾਂ ਨੂੰ ਪੜ੍ਹ ਕੇ ਇਹਨਾਂ ਦੇ ਮੁਤਾਬਕ ਆਪਣਾ ਜੀਵਨ ਚਲਾ ਕੇ ਸੁਖੀ ਹੋ ਜਾਣਗੇ। ਲੇਕਿਨ ਸਾਧ ਸੰਗਤ ਪੜ੍ਹਦੇ ਹਾਂ, ਸਾਰੇ ਸੁਣਦੇ ਹਾਂ, ਕਿਤਨੀਆਂ ਡਿਗਰੀਆਂ ਕਰ ਲੈਂਦਾ ਹੈ ਇਨਸਾਨ, ਲੇਕਿਨ ਸਾਧ ਸੰਗਤ ਉਹਦਾ ਫਲ ਕੁਛ ਨਹੀਂ ਦੱਸਿਆ ਹੋਇਆ। ਜਿੰਨੀਆਂ ਮਰਜ਼ੀ ਵੇਦ ਸ਼ਾਸਤਰ ਪੜ੍ਹ ਲਓ, ਗੁਰਬਾਣੀ 'ਚ ਲਿਖਿਆ, ਵੇਦ ਕਿਤੇ ਪੜ੍ਹੇਗਾ ਕਿਆ ਗੁਣ, ਕਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰਸ ਪਾਰਾ। ਕਹਿੰਦੇ ਜ਼ਿਆਦਾ ਪੜ੍ਹਨ ਨਾਲ ਕੀ ਹੈ, ਵੇਦ ਕਿਤੇ ਪੜ੍ਹੇਗਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਖਰ ਖੋਤੇ ਨੂੰ ਕਹਿੰਦੇ ਹਨ ਸਾਧ ਸੰਗਤ। ਕਹਿੰਦੇ ਖੋਤੇ ਦੇ ਉੱਤੇ ਚੰਦਨ ਦੀ ਲੱਕੜੀ ਲੱਦ ਦਿਓ, ਫਿਰ ਉਹਨੂੰ ਕਹੋ ਤੈਨੂੰ ਮਜ਼ਾ ਆ ਰਿਹਾ ਹੈ, ਉਹਨੂੰ ਕੀ ਮਜ਼ੇ ਨਾਲ ਹੈ ਸਾਧ ਸੰਗਤ। ਉਹਦੇ ਵਾਸਤੇ ਵਜਨ ਹੈ, ਭਾਰ ਹੈ। ਚਾਹੇ ਲੋਹਾ ਲੱਦ ਦਿਓ, ਮਿੱਟੀ ਲੱਦ ਦਿਓ, ਚਾਹੇ ਸੋਨਾ ਲੱਦ ਦਿਓ, ਉਹਦੇ ਵਾਸਤੇ ਤਾਂ ਭਾਰ ਹੀ ਹੈ, ਉਹਨੂੰ ਕੀ ਉਹਦਾ ਸੁੱਖ ਹੈ। ਔਰ ਸਾਧ ਸੰਗਤ ਇਸੇ ਤਰ੍ਹਾਂ ਕਹਿੰਦੇ ਵੇਦ ਕਿਤੇ ਪੜ੍ਹੇਗਾ ਕਿਆ ਗੁਣ, ਭਾਰ ਹੀ ਇਨਸਾਨ ਦੇ ਉੱਪਰ। ਰਾਮ ਨਾਮ ਕੀ ਗਤ ਨਹੀਂ ਜਾਣੇ, ਕੈਸੇ ਉਤਰਸ ਪਾਰਾ। ਇਸ ਪਰਮਾਤਮਾ ਨੂੰ ਜਾਣਿਆ ਨਹੀਂ ਜਦ ਤੱਕ ਆਪਣੇ ਜੀਵਨ 'ਚ, ਫਿਰ ਪਾਰ ਉਤਾਰਾ ਕਿਸ ਤਰ੍ਹਾਂ ਹੋਏਗਾ। ਪਾਰ ਉਤਾਰੇ ਦਾ ਭਾਵ ਹੈ ਕਿ ਜਿਸ ਕੰਮ ਵਾਸਤੇ ਸਾਨੂੰ ਇਨਸਾਨ ਨੂੰ ਭੇਜਿਆ ਹੈ ਦੁਨੀਆ ਤੇ, ਆਪਣੇ ਆਪ ਦੀ ਪਹਿਚਾਣ ਕਰ, ਇਸ ਪਰਮਾਤਮਾ ਨੂੰ ਜਾਣ ਕੇ ਇਹਦੀ ਭਗਤੀ ਕਰ, ਫਿਰ ਤੇਰਾ ਪਾਰ ਉਤਾਰਾ ਹੋਏਗਾ। ਫਿਰ ਤੂੰ ਜਨਮ ਮਰਨ ਦੇ ਚੱਕਰ 'ਚੋਂ ਬਚ ਸਕੇਗਾ। ਅਗਰ ਇਸ ਜੀਵਨ ਦੇ ਵਿੱਚ ਆ ਕੇ ਤੂੰ ਪਰਮਾਤਮਾ ਨੂੰ ਹਾਸਲ ਨਹੀਂ ਕੀਤਾ, ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਫਿਰ ਦੁਬਾਰਾ ਤੂੰ ਉਸੇ ਚੱਕਰ 'ਚ ਚਲਾ ਜਾਏਗਾ ਜਿਸ ਚੱਕਰ 'ਚੋਂ ਆਇਆ, ਭਾਵ ਕਿ 84 ਲੱਖ ਜੋਨੀਆਂ 'ਚ ਚਲਾ ਜਾਏਗਾ। ਗੁਰਬਾਣੀ 'ਚ ਲਿਖਿਆ ਨਾ, ਪਈ ਪ੍ਰਾਪਤ ਮਾਨਕ ਦੇ ਵਰੀਆ, ਗੋਬਿੰਦ ਮਿਲਣ ਕੇ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਕਿ ਇਹ ਜੋ ਜੀਵਨ ਮਿਲਿਆ ਹੈ ਨਾ, ਜੋ ਇਹ ਤੈਨੂੰ ਦੇਹੀ ਮਿਲੀ ਹੈ, ਇਹ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਗੋਬਿੰਦ ਮਿਲਣ ਦੀ ਵਾਰੀ ਮਿਲੀ ਹੈ। ਗੋਬਿੰਦ ਪਰਮਾਤਮਾ ਨੂੰ ਕਹਿੰਦੇ ਹਨ ਕਿ ਪਰਮਾਤਮਾ ਨੂੰ ਮਿਲਣ ਦਾ ਇੱਕ ਮੌਕਾ ਮਿਲਿਆ ਹੈ, ਸਮਝੋ ਸਰੀਰ ਮਿਲਿਆ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹ ਜਿੰਨੇ ਵੀ ਤੂੰ ਕੰਮ ਕਰ ਰਿਹਾ ਹੈ, ਇਹ ਕਿਸੇ ਕੰਮ ਨਹੀਂ ਆਣੇ ਤੇਰੇ। ਜਿਤਨੇ ਮਰਜ਼ੀ ਤੂੰ ਪੈਸੇ ਇਕੱਠੇ ਕਰ ਲੈ, ਜਿਤਨੀ ਮਰਜ਼ੀਆਂ ਜਾਇਦਾਦਾਂ ਬਿਲਡਿੰਗਾਂ ਬਣਾ ਲੈ, ਜਿਤਨੇ ਮਰਜ਼ੀ ਪਰਿਵਾਰ ਬਣਾ ਲੈ, ਕਿਸੇ ਕੰਮ ਨਹੀਂ ਆਣੇ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਕੰਮ ਆਣਾ ਹੈ। ਜਿਤਨਾ ਵੀ ਅਸੀਂ ਸਮਾਂ ਸਾਧ ਸੰਗਤ 'ਚ ਬਤੀਤ ਕਰਾਂਗੇ, ਸੁਮਰਨ 'ਚ ਬਤੀਤ ਕਰਾਂਗੇ, ਉਹ ਸਾਡੇ ਲੇਖੇ ਲੱਗੇਗਾ। ਉਹ ਨਾਮ ਧਨ ਹੁੰਦਾ ਹੈ। ਨਾਮ ਧਨ ਜਿਸ ਜਨ ਕੇ ਪੱਲੇ, ਸਹੀ ਸੱਚੇ ਸ਼ਾਹ ਜੀਓ। ਦੁਨੀਆ ਦੇ ਵਿੱਚ ਉਹਨਾਂ ਨੂੰ ਸੱਚੇ ਸ਼ਾਹ ਕਿਹਾ ਗਿਆ ਹੈ ਜਿਨ੍ਹਾਂ ਨੇ ਨਾਮ ਧਨ ਇਕੱਠਾ ਕੀਤਾ ਹੈ। ਔਰ ਉਹ ਸਾਧ ਸੰਗਤ ਦੇ ਨਾਮ ਧਨ ਜੋ ਹੈ, ਇਹ ਪੂਰਨ ਸਤਿਗੁਰੂ ਦੀ ਸ਼ਰਨ 'ਚ ਮਿਲਦਾ ਹੈ। ਇੱਥੇ ਵੀ ਸਾਧ ਸੰਗਤ ਇਸ ਤਰ੍ਹਾਂ ਸਮਝਾ ਰਹੇ ਹਨ, ਚਰਨ ਧੂੜ ਮਸਤਕ ਤੇ ਲਾਇਆ, ਬਦਲ ਜਾਏ ਮੱਥੇ ਦੀ ਰੇਖਾ। ਚਰਨ ਧੂੜ ਮੱਥੇ ਤੇ ਲਾਉਣ ਨਾਲ ਮੱਥੇ ਦੀਆਂ ਰੇਖਾ ਬਦਲ ਜਾਂਦੀਆਂ ਹਨ। ਸਿੱਧੀ ਸਾਧ ਸੰਗਤ ਪੰਜਾਬੀ ਭਾਸ਼ਾ ਹੈ, ਹਰ ਇੱਕ ਦੀ ਸਮਝ ਆ ਜਾਂਦੀ ਹੈ ਕਿ ਚਰਨ ਧੂੜ ਮੱਥੇ ਤੇ ਲਾਇਆ, ਬਦਲ ਜਾਏ ਮੱਥੇ ਦੀ ਰੇਖਾ। ਹੁਣ ਚਰਨ ਧੂੜ ਤੇ ਸਾਧ ਸੰਗਤ ਉਹੀ ਲਾਏਗਾ ਜਿਹੜਾ ਆਪਣੇ ਅਹੰਕਾਰ ਨੂੰ ਖਤਮ ਕਰੇਗਾ। ਨਹੀਂ ਤੇ ਸਾਧ ਸੰਗਤ ਕੋਈ ਵੀ ਚਰਨਾਂ ਨੂੰ ਹੱਥ ਲਗਾ ਕੇ ਰਾਜੀ ਨਹੀਂ ਹੈ। ਮੈਂ ਇਹਦੇ ਚਰਨਾਂ 'ਚ ਹੱਥ ਲਵਾਂ, ਇਹ ਮੇਰੇ ਨਾਲੋਂ ਛੋਟਾ ਹੈ, ਮੈਂ ਇਹਦੇ ਚਰਨਾਂ 'ਚ ਕਿਉਂ ਹੱਥ ਲਾਵਾਂ, ਮੈਂ ਤਾਂ ਵੱਡਾ ਹਾਂ, ਮੇਰੀ ਜਾਤ ਵੀ ਉੱਚੀ ਹੈ। ਸਾਧ ਸੰਗਤ ਇਹ ਭਰਮ ਪਏ ਹੋਏ ਹਨ ਇਨਸਾਨ ਨੂੰ। ਲੇਕਿਨ ਇੱਥੇ ਕਿਹਾ ਹੈ ਕਿ ਚਰਨ ਧੂੜ ਮੱਥੇ ਤੇ ਲਾਉਣ ਨਾਲ ਮੱਥੇ ਦੀਆਂ ਰੇਖਾ ਬਦਲ ਜਾਂਦੀਆਂ ਹਨ।
ਚਰਨ ਧੂੜ ਮੱਥੇ ਤੇ ਲਾਇਆ ਬਦਲ ਜਾਏ ਮੱਥੇ ਦੀ ਰੇਖਾ। जिसने अपना प्रभु पछाता उसका होया बेड़ा पार। जिसने भी अपना परमात्मा ਦੀ ਪਹਿਚਾਣ ਕਰ ਲਈ ਹੈ, ਜਿਸਨੇ ਆਪਣਾ ਪ੍ਰਭੂ ਪਛਾਤਾ ਉਸ ਦਾ ਹੋਇਆ ਬੇੜਾ ਪਾਰ। ਬੇੜਾ ਪਾਰ ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਗਿਆ, ਜਿਹਨੇ ਆਪਣੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਜਿਹਨੇ ਨਹੀਂ ਕੀਤਾ ਉਹਦਾ ਇਹ ਚੱਕਰ ਖਤਮ ਨਹੀਂ ਹੋਇਆ, ਉਹ ਤਾਂ ਫਿਰ ਜਨਮ ਮਰਨ ਦਾ ਚੱਕਰ ਚੱਲ ਜਾਏਗਾ। ਜਮ ਜਮ ਮਰੇ ਮਰੇ ਪੁਣ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਕਾਦਰ ਕਰੀਮ ਨਾ ਜਾਣਾ ਜੇ ਤੋ ਤਿਲ ਪੀੜੇ ਜੋ ਕਹਾਣੀਆਂ। ਅਗਰ ਇਹ ਪ੍ਰਮਾਤਮਾ ਦੀ ਜਾਣਕਾਰੀ ਨਹੀਂ ਹਾਸਲ ਕੀਤੀ ਤਾਂ ਸਾਧ ਸੰਗਤ ਦੇ ਜੰਮਣ ਮਰਨ ਦਾ ਚੱਕਰ ਖਤਮ ਨਹੀਂ ਹੋਇਆ। ਫਿਰ ਸਾਧ ਸੰਗਤ ਹੋਈ ਕਈ ਜਨਮ ਬੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰਨ ਕਾਲੇ ਦੇ ਸੰਜਰੀਆ। ਕਹਿੰਦੇ ਬੜੇ ਚਿਰਾਂ ਕਾਲਾਂ ਤੋਂ ਬਾਅਦ 84 ਲੱਖ ਜੂਨੀਆਂ ਭੁਗਤਣ ਤੋਂ ਬਾਅਦ ਇਹ ਤੈਨੂੰ ਇਨਸਾਨੀ ਜਨਮ ਮਿਲਿਆ ਹੈ। ਮਿਲ ਜਗਦੀਸ਼ ਮਿਲਣ ਕੀ ਵਰੀਆ, ਜਗਦੀਸ਼ ਦੇ ਮਿਲਣ ਦੀ ਵਾਰੀ ਮਿਲੀ ਹੈ। ਚਿਰਨ ਕਾਲੇ ਦੇ ਸੰਜਰੀਆ, ਚਿਰਾਂ ਕਾਲਾਂ ਤੋਂ ਪਤਾ ਨਹੀਂ ਕਿਤਨੇ ਕਰੋੜਾਂ ਸਾਲ ਲੱਗ ਗਏ, 84 ਲੱਖ ਭੁਗਦੇ ਭੁਗਦੇ ਫਿਰ ਇਹ ਜਾ ਕੇ ਇਹ ਜਨਮ ਮਿਲਿਆ ਇਨਸਾਨ ਦਾ। ਮਾਨਵ ਜਨਮ ਦੁਰਲਭ ਹੈ, ਹੋਤ ਨਾ ਬਾਰੰਬਾਰ, ਜੋ ਫਲ ਪਾ ਕੇ ਭੋਏ ਗਿਰੇ ਬੌੜ ਨਾ ਲਾਗੇ ਡਾਰ। ਕਹਿੰਦੇ ਇੰਨਾ ਦੁਰਲਭ ਜਨਮ ਹੈ ਇਨਸਾਨ ਦਾ, ਇਹ ਇੱਕ ਵਾਰੀ ਚਲਾ ਗਿਆ ਤੇ ਦੁਬਾਰਾ ਨਹੀਂ ਮਿਲਣਾ। ਇਸ ਜਨਮ 'ਚ ਰਹਿੰਦਿਆਂ ਆਪਣਾ ਇਹ ਕੰਮ ਕਰਨਾ ਜਿਸ ਕੰਮ ਵਾਸਤੇ ਪਰਮਾਤਮਾ ਨੇ ਸਾਨੂੰ ਦੁਨੀਆ ਤੇ ਭੇਜਿਆ ਹੈ। ਔਰ ਸਾਧ ਸੰਗਤ ਅਗਰ ਇਹ ਕੰਮ ਕਰਕੇ ਚਲੇ ਗਏ ਵਾਹ ਮਿਲੇਗੀ, ਸ਼ਾਬਾਸ਼ੀ ਮਿਲੇਗੀ। ਅਗਰ ਇਹ ਕੰਮ ਨਹੀਂ ਕੀਤਾ ਫਿਰ ਸਾਧ ਸੰਗਤ ਹੋਈ ਜਨਮ ਮਰਨ ਦੇ ਚੱਕਰ 'ਚ ਚਲਾ ਜਾਏਗਾ ਜੀ। इस जगह अंदर ओही सुखिया बाकी दुखिया कुल संसार। जिन्हें अपना प्रभु पछाण लिया ना, कहते वो सुखी है इस दुनिया दे विच, बाकी सब दुखी हैं। नानक दुखिया सब संसार, सो सुखिया जिस नाम आधार। जिन्हें नाम का आसरा ले लिया, जिन्हें परमात्मा का आसरा ले लिया, वो सुखी हो गया। बाकी दुखी हैं, कोई तन दुखी, कोई मन दुखी, कोई धन से रहे उदास, थोड़े थोड़े सब दुखी, सुखी राम के दास। ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਗਏ, ਜਿਨ੍ਹਾਂ ਨੇ ਪ੍ਰਮਾਤਮਾ ਦੀ ਭਗਤੀ ਕਰ ਲਈ, ਉਹ ਸੁਖੀ ਹੋ ਗਏ। ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਸਾਧ ਸੰਗਤ ਅਗਰ ਕਹਿੰਦੇ ਇਨਸਾਨ ਨੂੰ ਕਿ ਹਮੇਸ਼ਾ ਵਾਸਤੇ ਅਗਰ ਸੁਖੀ ਹੋਣਾ ਚਾਹੁੰਦਾ ਹੈ, ਪ੍ਰਮਾਤਮਾ ਦੀ ਸ਼ਰਨ 'ਚ ਆ ਜਾ। ਹੋਰ ਤਰੀਕਾ ਕੋਈ ਨਹੀਂ ਹੈ। ਸੁਖ ਕਿਤੇ ਨਾ ਮਿਲਦਾ ਜੀ, ਸੁਖ ਸਤਿਗੁਰ ਦੀ ਸ਼ਰਨੀ। ਦੁਨੀਆ 'ਚ ਕਿਤੇ ਸੁਖ ਨਹੀਂ ਹੈ, ਸੁਖ ਸਤਿਗੁਰ ਦੀ ਸ਼ਰਨ 'ਚ ਆ ਕੇ ਮਿਲਦਾ ਹੈ। ਤਤੀ ਵਾਣਾ ਉਸਨੂੰ ਲੱਗੇ ਜਿਸ ਤੇ ਗੁਰਪੂਰਾ ਕਿਰਪਾਲ। ਜਿਹਦੇ ਤੇ ਸਤਿਗੁਰੂ ਕਿਰਪਾਲ ਹੋ ਜਾਂਦਾ ਹੈ, ਉਹਨੂੰ ਫਿਰ ਦੁਨੀਆ ਦੇ ਵਿੱਚ ਤਤੀ ਵਾਹ ਨਹੀਂ ਲੱਗੀ। ਗੁਰਬਾਣੀ 'ਚ ਲਿਖਿਆ ਹੈ ਤਤੀ ਵਾਹ ਨਾ ਲਾਗਈ, ਪਾਰ ਬ੍ਰਹਮ ਸ਼ਰਨਾਈ, ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ। ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ। ਰਾਮ ਨਾਮ ਦੀ ਦਵਾਈ ਦੇ ਕੇ ਇੱਕ ਪਰਮਾਤਮਾ ਨਾਲ ਇਸ ਆਤਮਾ ਨੂੰ ਜੋੜ ਦਿੱਤਾ ਔਰ ਕਿਹਾ ਕਿ ਇਹਦੀ ਭਗਤੀ ਕਰਨੀ ਹੈ, ਇਹਦੇ ਨਾਲ ਜੁੜਨਾ ਹੈ। ਲੋਕ ਸੁਖੀ ਪਰ ਲੋਕ ਸੁਹੇਲਾ, ਇੱਥੇ ਉੱਥੇ ਰਹਿੰਦਾ ਨਾਲ। ਜਿਨਨੇ ਸਾਧ ਸੰਗਤ ਦੇ ਕੰਮ ਕਰ ਲਿਆ, ਪਰਮਾਤਮਾ ਨੂੰ ਜਾਣ ਲਿਆ, ਸਤਿਗੁਰ ਦੀ ਸ਼ਰਨ 'ਚ ਆ ਕੇ, ਉਹਦਾ ਲੋਕ ਸੁਖੀ ਹੋ ਜਾਂਦਾ ਹੈ। ਲੋਕ ਸਾਧ ਸੰਗਤ ਇਸ ਨੂੰ ਕਹਿੰਦੇ ਆ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਲੋਕ ਹੈ ਸਾਡਾ। ਪਰਲੋਕ ਹੈ ਜਦੋਂ ਇਹ ਸਰੀਰ 'ਚੋਂ ਬਾਹਰ ਨਿਕਲ ਜਾਵਾਂਗੇ, ਉਹ ਪਰਲੋਕ ਬਣ ਜਾਏਗਾ। ਲੋਕ ਸੁਖੀ ਹੋ ਜਾਂਦਾ ਹੈ ਔਰ ਲੋਕ ਸੁਹੇਲਾ ਹੋ ਜਾਂਦਾ ਹੈ। ਫਿਰ ਇੱਥੇ ਵੀ ਇਹ ਪ੍ਰਮਾਤਮਾ ਨਾਲ ਹੈ, ਜਦੋਂ ਇਹ ਸਰੀਰ 'ਚ ਨਹੀਂ ਰਵਾਂਗੇ ਇਹ ਤਾਂ ਵੀ ਨਾਲ ਹੈ। ਫਿਰ ਸਾਧ ਸੰਗਤ ਕੋਈ ਇਹਦੇ 'ਚੋਂ ਜੁਦਾ ਨਹੀਂ ਕਰ ਸਕਦਾ, ਇਸ ਆਤਮਾ ਨੂੰ ਪਰਮਾਤਮਾ ਤੋਂ ਜੁਦਾ ਨਹੀਂ ਕਰ ਸਕਦਾ। ਜਦੋਂ ਸਤਿਗੁਰ ਦੀ ਸ਼ਰਨ 'ਚ ਆ ਗਿਆ ਗੁਰਸਿੱਖ, ਸਤਿਗੁਰ ਨੇ ਕਿਰਪਾ ਕਰ ਦਿੱਤੀ, ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿੱਤਾ। ਫਿਰ ਇਹਨੂੰ ਕਿਹਾ ਕਿ ਇਹਦੇ ਨਾਲ ਜੁੜੇ ਰਹਿ। ਇਹਦੇ ਨਾਲ ਜੁੜਨ ਵਾਸਤੇ ਸਤਸੰਗ ਸੇਵਾ ਸਿਮਰਨ ਕਰਨੀ ਹੈ। ਜੋ ਇਹ ਕਰਮ ਕਰਦਾ ਰਹਿੰਦਾ ਹੈ ਉਹ ਇਸ ਪ੍ਰਮਾਤਮਾ ਨਾਲ ਇੱਕਮਿਕ ਰਹਿੰਦਾ ਹੈ। ਨਾਲ ਨਾਰਾਇਣ ਮੇਰੇ ਜਮਦੂਤ ਨਾ ਆਵੇ ਨੇੜੇ, ਇਸ ਤਰ੍ਹਾਂ ਲਿਖਿਆ ਹੈ ਬਾਣੀਆਂ 'ਚ। ਤਾਂ ਸਾਧ ਸੰਗਤ ਜਿਹੜਾ ਇਸ ਦੇ ਨਾਲ ਜੁੜ ਜਾਂਦਾ ਹੈ ਨਾ, ਉਹਦਾ ਲੋਕ ਸੁਖੀ ਹੋ ਜਾਂਦਾ ਹੈ। ਲੋਕ ਦੇ ਵਿੱਚ ਕਿਤੇ ਵੀ ਸਾਧ ਸੰਗਤ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਉਹਦੀ ਭਾਸ਼ਾ ਹੀ ਬਦਲ ਜਾਂਦੀ ਹੈ। ਮਿੱਠਾ ਬੋਲਦਾ ਹੈ, ਨਿਮ ਕੇ ਚੱਲਦਾ ਹੈ, ਹਰ ਇੱਕ ਨਾਲ ਨਮਰਤਾ ਨਾਲ ਪੇਸ਼ ਆਉਂਦਾ ਹੈ, ਪਰ ਲੋਕ ਸੁਹੇਲਾ ਹੋ ਜਾਂਦਾ ਹੈ। ਫਿਰ ਇੱਥੇ ਵੀ ਇਹ ਸਰੀਰ 'ਚ ਰਹਿੰਦਿਆਂ ਵੀ ਨਾਲ ਹੈ, ਸਰੀਰ ਛੱਡਾਂਗੇ ਫਿਰ ਵੀ ਨਾਲ ਹੈ। ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।
मिल गए गमन पाए विश्राम नानक प्रभ के सद कुर्बान सूरज किरण मिली जल का जल हुआ राम ज्योति जोत रली संपूर्ण थिया राम। फिर संपूर्णता आ जाती है। जिस काम वास्ते शरीर मिलिया है वो काम ਜਦੋਂ पूरा हो जाता ना फिर संपूर्णता आ जाती है। फिर साध संगत कोई चक्कर नहीं रहिंदा ਇਹਨੂੰ याद करना है ये अपने आप ही फिर याद आता है जी। ਭਗਤਾਂ ਦਾ ਮੁਖ ਉਜਲਾ ਹੁੰਦਾ ਜਗ ਵਿੱਚ ਹੁੰਦੀ ਜੈ ਜੈਕਾਰ। ਭਗਤਾਂ ਦਾ ਮੁਖ ਉਜਲਾ ਹੁੰਦਾ ਹੈ। ਜਿੰਨੇ ਵੀ ਭਗਤ ਹੋਏ ਅੱਜ ਤੱਕ ਸਤਜੁਗ 'ਚ ਦੁਆਪਰ ਤ੍ਰੇਤਾ ਕਲਯੁਗ 'ਚ ਜਿੰਨੇ ਵੀ ਭਗਤਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ ਸਾਧ ਸੰਗਤ ਉਹਨਾਂ ਦਾ ਮੁਖ ਉਜਲਾ ਹੈ। ਜਗ ਵਿੱਚ ਜੈ ਜੈਕਾਰ ਹੁੰਦੀ ਹੈ ਅੱਜ ਵੀ ਹੋ ਰਹੀ ਹੈ। ਚਾਹੇ ਸਾਧ ਸੰਗਤ ਸਤਜੁਗ ਦੇ ਵਿੱਚ ਭਗਤ ਪ੍ਰਹਲਾਦ ਹੋਇਆ ਨਾ ਅੱਜ ਵੀ ਉਹਦੀ ਜੈ ਜੈਕਾਰ ਹੈ ਕਿਉਂਕਿ ਇਸ ਨੇ ਇਸ ਪਰਮਾਤਮਾ ਨੂੰ ਜਾਣ ਕੇ ਇਹਦੇ ਤੇ ਅਡਿੱਗ ਹੋ ਕੇ ਪੱਕੇ ਹੋ ਕੇ ਭਗਤੀ ਕੀਤੀ ਔਰ ਸਾਧ ਸੰਗਤ ਨੂੰ ਡੁਲਾਇਮਾਨ ਕਰਨ ਵਾਸਤੇ ਉਹਦੇ ਹੀ ਪਿਓ ਨੇ ਬੜੇ ਯਤਨ ਕੀਤੇ ਕਿ ਨਹੀਂ ਪਰਮਾਤਮਾ ਮੈਂ ਹਾਂ ਮੇਰੀ ਭਗਤੀ ਕਰੋ। ਉਹ ਕਹਿੰਦਾ ਤੂੰ ਪਰਮਾਤਮਾ ਨਹੀਂ ਹੈ। ਉਹ ਸਾਧ ਸੰਗਤ ਉਹਨੇ ਬੜੇ ਪ੍ਰਕਾਰ ਦੇ ਉਹਨੂੰ ਕਸ਼ਟ ਦਿੱਤੇ ਸਰੀਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਸਾਧ ਸੰਗਤ ਪਰਮਾਤਮਾ ਨੇ ਹਰ ਜਗ੍ਹਾ ਉਹਨੂੰ ਬਚਾਇਆ ਐਂਡ ਤੱਕ ਬਚਾਇਆ ਸਾਧ ਸੰਗਤ। ਤੋ ਇਸੇ ਕਰਕੇ ਕਹਿੰਦੇ ਅੱਜ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਚਾਹੇ ਉਹ ਸਾਧ ਸੰਗਤ ਭਿਲਣੀ ਹੋਈ ਅੱਜ ਕਦੋਂ ਹੋਈ ਭਿਲਣੀ ਜਦੋਂ ਰਾਮਚੰਦਰ ਗਏ ਉਹਦੇ ਕੋਲ ਉਹਦਾ ਕਲਿਆਣ ਕੀਤਾ। ਅੱਜ ਵੀ ਭਿਲਣੀ ਦਾ ਨਾਂ ਸ਼ਰਧਾ ਨਾਲ ਲਿਆ ਜਾਂਦਾ ਹੈ ਕਿ ਉਹਨੇ ਪਰਮਾਤਮਾ ਦੀ ਭਗਤੀ ਕੀਤੀ। ਮੀਰਾ ਬਾਈ ਨੇ ਭਗਤੀ ਕੀਤੀ। ਚਾਹੇ ਉਹ ਸਾਧ ਸੰਗਤ ਉਹਨੂੰ ਕਿਸੇ ਚੀਜ਼ ਦੀ ਕਮੀ ਥੋੜ੍ਹੀ ਪੈਸੇ ਦੀ ਉਹਨੂੰ ਕੋਈ ਕਮੀ ਸੀ ਉਹ ਰਾਜੇ ਦੀ ਕੁੜੀ ਰਾਜੇ ਦੀ ਸਾਧ ਸੰਗਤ ਬਹੂ ਹੀ ਸਾਧ ਸੰਗਤ ਉਹਨੂੰ ਕਿਸ ਚੀਜ਼ ਦੀ ਕਮੀ ਸੀ ਉਹਨੂੰ ਖਲਦਾ ਹੈ ਕਿ ਮੈਨੂੰ ਪਰਮਾਤਮਾ ਮਿਲੇ। ਬਚਪਨ 'ਚ ਉਹਨੂੰ ਕਿਸੇ ਨੇ ਸ਼ਾਮ ਦੀ ਮੂਰਤੀ ਦੇ ਦਿੱਤੀ ਉਹਨੂੰ ਲੈ ਕੇ ਘੁੰਮਦੀ ਰਹਿੰਦੀ ਹਰ ਵਕਤ ਉਹਨੂੰ ਆਪਣੇ ਨਾਲ ਰੱਖਦੀ ਲੇਕਿਨ ਅਧੂਰਾਪਣ ਮਹਿਸੂਸ ਕਰਦੀ ਸੀ ਕਿ ਜਿਹਦੀ ਇਹ ਮੂਰਤੀ ਹੈ ਮੈਨੂੰ ਅਗਰ ਉਹ ਲੱਭ ਜੇ ਫਿਰ ਮੈਨੂੰ ਆਨੰਦ ਆਵੇ ਫਿਰ ਮੈਨੂੰ ਮੇਰਾ ਜਨਮ ਸਫਲ ਹੋਵੇ। ਸਾਧ ਸੰਗਤ ਉਹ ਕੰਮ ਉਹਦਾ ਪੂਰਨ ਕੀਤਾ। ਭਗਤ ਰਵਿਦਾਸ ਜੀ ਨੇ ਜਦੋਂ ਉਹਨਾਂ ਦੇ ਚਰਨਾਂ 'ਚ ਗਈ ਫਿਰ ਉਹਨੇ ਸਾਧ ਸੰਗਤ ਇਸ ਜੋ ਇਹ ਸ਼ਾਮ ਹੈ ਘਟ ਘਟ ਵਿਆਪਿਆ ਹੋਇਆ ਜਦੋਂ ਇਹਦੇ ਨਾਲ ਉਹਨੇ ਮਿਲਾਇਆ ਫਿਰ ਸਾਧ ਸੰਗਤ ਮੀਰਾਂ ਉਹੀ ਗਲੀ ਗਲੀ ਸਾਧ ਸੰਗਤ ਫਿਰ ਨੱਚ ਰਹੀ ਹੈ ਗਾ ਰਹੀ ਹੈ। ਪਾਇਓ ਰੇ ਮੈਨੇ ਰਾਮ ਰਤਨ ਧਨ ਪਾਇਓ ਰਾਮ ਰਤਨ ਧਨ ਇਹ ਧਨ ਐਸਾ ਧਨ ਹੈ ਸਾਧ ਸੰਗਤ ਹੋਰ ਕਿਤੇ ਨਹੀਂ ਮਿਲਦਾ ਸਿਰਫ ਸਤਿਗੁਰੂ ਕੋਲ ਮਿਲਦਾ ਹੈ। ਵਸਤ ਅਮੋਲਕ ਦੀ ਮੇਰੇ ਸਤਿਗੁਰੂ ਕਰ ਕਿਰਪਾ ਅਪਣਾਇਓ। ਬੜੀ ਅਮੋਲਕ ਵਸਤੂ ਦਿੱਤੀ ਸਤਿਗੁਰੂ ਨੇ ਮੈਨੂੰ। ਹੁਣ ਸਤਿਗੁਰੂ ਨੇ ਸਾਨੂੰ ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿੱਤਾ। ਇਸ ਤੋਂ ਵੱਡੀ ਅਮੋਲਕ ਵਸਤੂ ਕਿਹੜੀ ਹੋ ਸਕਦੀ ਹੈ ਸਾਧ ਸੰਗਤ ਪਰਮਾਤਮਾ ਤੋਂ ਵੱਡੀ। ਔਰ ਇਹਦਾ ਅਸੀਂ ਕੀ ਮੁੱਲ ਦੇ ਸਕਦੇ ਹਾਂ ਪਰਮਾਤਮਾ ਦੀ ਅਸੀਂ ਕੋਈ ਕੀਮਤ ਦੇ ਸਕਦੇ ਹਾਂ ਸਾਧ ਸੰਗਤ ਨਹੀਂ ਦੇ ਸਕਦੇ। ਔਰ ਸਾਧ ਸੰਗਤ ਇਸ ਨੇ ਕਿਰਪਾ ਕੀਤੀ ਸਤਿਗੁਰੂ ਨੇ ਸਾਡੇ ਤੇ ਕਿ ਸਾਨੂੰ ਇਹ ਕੰਮ ਕਰ ਦਿੱਤਾ ਸਾਡੇ ਵਾਲਾ। ਉਹ ਕਹਿੰਦੀ ਵਸਤ ਅਮੋਲਕ ਦੀ ਮੇਰੇ ਸਤਿਗੁਰੂ ਕਰ ਕਿਰਪਾ ਅਪਣਾਇਓ। ਅੱਜ ਵੀ ਮੀਰਾ ਬਾਈ ਦੇ ਸਾਧ ਸੰਗਤ ਜਗ੍ਹਾ ਜਗ੍ਹਾ ਮੰਦਰਾਂ 'ਚ ਭਜਨ ਗਾਏ ਜਾਂਦੇ ਹਨ ਜੈ ਜੈਕਾਰ ਹੋ ਰਹੀ ਹੈ। ਕਹਿੰਦੇ ਭਗਤਾਂ ਦਾ ਮੁਖਉਜਲਾ ਹੁੰਦਾ ਜੱਗ ਵਿੱਚ ਹੁੰਦੀ ਜੈ ਜੈਕਾਰ। ਨਿੰਦਕਾਂ ਦਾ ਮੂੰਹ ਕਾਲਾ ਹੁੰਦਾ ਪੈਂਦੀ ਜੰਮਾਂ ਦੀ ਫਟਕਾਰ। ਨਿੰਦਕ ਸਾਧ ਸੰਗਤ ਸ਼ੁਰੂ ਤੋਂ ਜਿਹੜੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਹੈ ਉਹਨਾਂ ਨਾਲ ਨਿੰਦਕ ਪਿੱਛੇ ਲੱਗੇ ਰਹੇ। ਚਾਹੇ ਸਤਜੁਗ ਦਾ ਉਦੋਂ ਹਰਨਾਕਸ਼ਪ ਦਾ ਫਿਰ ਸਾਧ ਸੰਗਤ ਅੱਗੇ ਦੁਆਪਰ 'ਚ ਆ ਗਿਆ ਦੁਰਯੋਧਨ ਆ ਗਿਆ ਕੰਸ ਆ ਗਿਆ ਰਾਵਣ ਆ ਗਿਆ ਤ੍ਰੇਤਾ 'ਚ। ਸਾਧ ਸੰਗਤ ਦੇ ਅਰੋੜੇ ਅੱਜ ਵੀ ਸਾਧ ਸੰਗਤ ਅਸੀਂ ਅਗਰ ਪਿਛਲੀਆਂ ਹਿਸਟਰੀਆਂ ਪੜ੍ਹੀਏ 10 ਗੁਰੂਆਂ ਦੀਆਂ ਕਿਤਨੇ ਕਿਤਨੇ ਸਾਧ ਸੰਗਤ ਉਹਨਾਂ ਨੂੰ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ। ਸਰੀਰਕ ਕਸ਼ਟ ਸਾਧ ਸੰਗਤ ਬੇਸ਼ੱਕ ਉਹਨਾਂ ਨੂੰ ਜਿੰਨੇ ਮਰਜ਼ੀ ਮਿਲੇ ਲੇਕਿਨ ਸਾਧ ਸੰਗਤ ਉਹਨਾਂ ਨੂੰ ਇਸ ਆਤਮਾ ਨੂੰ ਪਰਮਾਤਮਾ ਮਿਲਿਆ। ਉਹਨਾਂ ਨੇ ਸਾਧ ਸੰਗਤ ਬਿਲਕੁਲ ਚੋਣ ਨਹੀਂ ਕੀਤੀ ਚਾਹੇ ਉਹਨਾਂ ਨੂੰ ਜਿਸ ਪ੍ਰਕਾਰ ਦੇ ਮਰਜ਼ੀ ਕਸ਼ਟ ਦਿੱਤੇ। ਔਰ ਸਾਧ ਸੰਗਤ ਅੱਜ ਵੀ ਨਿੰਦਕਾਂ ਦਾ ਜੋ ਮੂੰਹ ਕਾਲਾ ਹੁੰਦਾ ਅੱਜ ਵੀ ਕਾਲਾ ਹੋ ਰਿਹਾ ਹੈ। ਅੱਜ ਵੀ ਉਹਨਾਂ ਦੇ ਕੋਈ ਸਾਧ ਸੰਗਤ ਜੈ ਜੈਕਾਰ ਥੋੜ੍ਹੀ ਹੋ ਰਹੀ ਉਹਨਾਂ ਨੂੰ ਤੇ ਸਾਧ ਸੰਗਤ ਬੁਰੀ ਨਜ਼ਰ ਨਾਲ ਦੇਖਿਆ ਜਾ ਰਿਹਾ ਨਾ। ਚਾਹੇ ਰਾਵਣ ਹੈ ਦੇਖੋ ਹਰ ਸਾਲ ਉਹਦਾ ਪੁਤਲਾ ਫੂਕਿਆ ਜਾਂਦਾ ਕੋਈ ਉਹਨਾਂ ਦੇ ਨਾਂ ਤੇ ਆਪਣੇ ਬੱਚਿਆਂ ਦੇ ਨਾਂ ਨਹੀਂ ਰੱਖਦਾ। ਇਤਨੀ ਸਾਧ ਸੰਗਤ ਉਹਨਾਂ ਦੀ ਦੁਰਗਤੀ ਹੁੰਦੀ ਹੈ ਜੀ। ਗੁਰਮੁਖਾਂ ਦਾ ਮਾਰਗ ਵੱਖਰਾ ਮਨਮੁਖਾਂ ਦਾ ਰਸਤਾ ਹੋਰ ਜੀ। ਕਹੇ ਅਵਤਾਰ ਸੁਨੋਰੇ ਸੰਤੋਂ ਦੋਹਾਂ ਦੀ ਨਹੀਂ ਮਿਲਦੀ ਟੋਰ। ਗੁਰਮੁਖਾਂ ਦਾ ਰਸਤਾ ਮਾਰਗ ਵੱਖਰਾ ਤੇ ਮਨਮੁਖਾਂ ਦਾ ਰਸਤਾ ਹੋਰ। ਗੁਰਮੁਖ ਔਰ ਮਨਮੁਖ ਦੋ ਪ੍ਰਕਾਰ ਦੇ ਸਾਧ ਸੰਗਤ ਜੀਵ ਹੁੰਦੇ ਹਨ ਦੁਨੀਆ ਦੇ ਵਿੱਚ।
ਗੁਰਮੁਖ ਉਹ ਹੁੰਦੇ ਹਨ ਜਿਹੜੇ ਗੁਰੂ ਦੀ ਮੱਤ ਲੈ ਕੇ ਚੱਲਦੇ ਹਨ। ਜਿਸ ਤਰ੍ਹਾਂ ਗੁਰੂ ਨੇ ਕਹਿ ਦਿੱਤਾ ਉਸ ਤਰ੍ਹਾਂ ਹੀ ਕਰਨਾ ਹੈ, ਚਾਹੇ ਕੁਝ ਵੀ ਹੋ ਜੇ। ਔਰ ਮਨਮੁਖ ਉਹ ਹੁੰਦੇ ਹਨ ਜਿਹੜੇ ਆਪਣੇ ਮਨ ਦੇ ਆਖੇ ਲਾ ਕੇ ਚੱਲਦੇ ਹਨ। ਮਨ ਨੇ ਕੀਤਾ ਇਹ ਕੰਮ ਕਰ ਦਿਓ, ਉਹ ਕਰ ਦੇਣਾ। ਮਨ ਨੇ ਕਿਹਾ ਇੱਧਰ ਚੱਲ ਪਿਆ, ਇੱਧਰ ਚੱਲ ਪੈਣਾ। ਇਹ ਸਾਧ ਸੰਗਤ ਗੁਰੂ ਦੀ ਮੱਤ ਤੇ ਮਨ ਦੀ ਮੱਤ 'ਚ ਇੰਨਾ ਫਰਕ ਹੁੰਦਾ ਹੈ। ਇਹਨਾਂ ਦਾ ਰਸਤਾ ਹੀ ਵੱਖਰਾ ਵੱਖਰਾ ਹੁੰਦਾ ਹੈ, ਇਹਨਾਂ ਦੀ ਟੋਰ ਮਿਲਦੀ ਨਹੀਂ ਹੈ। ਹੁਣ ਸਾਧ ਸੰਗਤ ਅਸੀਂ ਸੁਣਦੇ ਹਾਂ ਕਹਾਣੀ ਇੰਦੀ ਆਪਣੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦੀ, ਕਿ ਉਹਨਾਂ ਦੀ ਬੇਟੀ ਦੀ ਸ਼ਾਦੀ ਗੁਰੂ ਅਮਰਦਾਸ ਜੀ ਦੇ ਬੇਟੇ ਨਾਲ ਹੋਈ, ਉਹਨਾਂ ਦੀ ਨੂੰਹ ਬਣੀ। ਸਾਧ ਸੰਗਤ ਉਹ ਇਸ ਨੂੰ ਜਾਣਦੇ ਨਹੀਂ ਸਨ ਪਰਮਾਤਮਾ ਨੂੰ, ਲੇਕਿਨ ਉਹ ਬੇਟੀ ਉੱਥੇ ਗਈ, ਉਹ ਇਸ ਨੂੰ ਜਾਣਦੀ ਸੀ ਆਪਣੇ ਗੁਰੂ ਕੋਲੋਂ। ਤਾਂ ਸਾਧ ਸੰਗਤ ਉਹਨੇ ਭਜਨ ਗਾਇਆ ਕਰਨੇ, ਸਿਮਰਨ ਕਰਿਆ ਕਰਨਾ। ਸਾਧ ਸੰਗਤ ਉਹਨੂੰ ਵੀ ਸੁਣ ਕੇ ਬੜਾ ਆਨੰਦ ਆਉਣਾ। ਹੁਣ ਭਜਨ ਕਿਤੇ ਵੀ ਲੱਗੇ ਤੇ ਹੁਣ ਸਾਧ ਸੰਗਤ ਸੁਣ ਕੇ ਕੰਨਾਂ ਨੂੰ ਬੜਾ ਆਨੰਦ ਆਉਂਦਾ, ਕਿਤੇ ਵੀ ਪਰਮਾਤਮਾ ਦੀ ਚਰਚਾ ਹੋ ਰਹੀ ਹੋਵੇ। ਉਹਨੇ ਸਾਧ ਸੰਗਤ ਇੱਕ ਦਿਨ ਪੁੱਛਿਆ, ਬੇਟਾ ਇਹ ਤੈਨੂੰ ਭਜਨ ਸਿਮਰਨ ਕਿੱਥੋਂ ਮਿਲਿਆ ਹੈ? ਉਹ ਕਹਿੰਦੀ, ਪਿਤਾ ਜੀ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਦੱਸਦੀ ਹਾਂ। ਉਹਨੂੰ ਆਪਣੇ ਨਾਲ ਲੈ ਗਈ। ਤੇ ਸਾਧ ਸੰਗਤ ਗੁਰੂ ਅੰਗਦ ਦੇਵ ਉਹਨਾਂ ਦੇ ਕੁੜਮ ਸਨ। ਉਹ ਸਾਧ ਸੰਗਤ ਉੱਠ ਕੇ ਅੱਗੇ ਆਏ, ਲੇਕਿਨ ਉਹ ਕਹਿਣ ਲੱਗੇ, ਨਹੀਂ, ਮੈਂ ਤਾਂ ਇੱਕ ਜਗਿਆਸੂ ਬਣ ਕੇ ਆਇਆ, ਮੈਂ ਕੁੜਮ ਦੇ ਨਾਤੇ ਨਾਲ ਨਹੀਂ ਆਇਆ। ਮੈਂ ਤੇ ਜੋ ਚੀਜ਼ ਇਹਨੂੰ ਪ੍ਰਾਪਤ ਹੋਈ ਹੈ ਇਸ ਬੱਚੀ ਨੂੰ, ਉਹ ਮੈਨੂੰ ਵੀ ਚਾਹੀਦੀ ਹੈ। ਤੇ ਸਾਧ ਸੰਗਤ ਉਹ ਆ ਕੇ ਉਹਦੇ ਦਰ ਤੇ, ਗੁਰੂ ਦੇ ਦਰ ਤੇ ਆ ਕੇ ਸਾਧ ਸੰਗਤ 12 ਸਾਲ ਪਾਣੀ ਭਰਦਾ ਰਿਹਾ ਗੁਰੂ ਦੇ ਦਰ ਦਾ। ਬਹੁਤ ਸੇਵਾ ਕੀਤੀ ਸਾਧ ਸੰਗਤ, ਔਰ ਬੜਾ ਅਣਥੱਕ ਹੋ ਕੇ ਦਿਨ ਰਾਤ ਸੇਵਾ ਕੀਤੀ। ਇੱਕ ਦਿਨ ਸਾਧ ਸੰਗਤ ਉਹ ਪਾਣੀ ਲੈ ਕੇ ਆ ਰਹੇ, ਗੋਇੰਦਵਾਲ ਸਾਹਿਬ ਰਹਿੰਦੇ ਸਨ ਗੁਰੂ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ। ਔਰ ਸਾਧ ਸੰਗਤ ਗੋਇੰਦਵਾਲ ਦੇ ਨਜ਼ਦੀਕ ਬਿਆਸ ਨਦੀ ਵਗਦੀ ਹੈ, ਉੱਥੋਂ ਪਾਣੀ ਲਿਆ ਕੇ ਇਸ਼ਨਾਨ ਕਰਾਇਆ ਕਰਦੇ ਸਨ ਗੁਰੂ ਮਹਾਰਾਜ ਨੂੰ, ਕਿਉਂਕਿ ਉਸ ਸਮੇਂ ਸਾਧ ਸੰਗਤ ਨਲਕੇ ਤੇ ਨਹੀਂ ਹੁੰਦੇ ਸੀ। ਉਹ ਬਿਆਸ ਨਦੀ 'ਚੋਂ ਪਾਣੀ ਲਿਆ ਕੇ ਸਾਧ ਸੰਗਤ ਉਹਨਾਂ ਦੇ ਇਸ਼ਨਾਨ ਕਰਾਉਣਾ, ਉਹਨਾਂ ਵਾਸਤੇ ਰੋਜ਼ ਪਾਣੀ ਲੈਣਾ। ਇੱਕ ਦਿਨ ਸਾਧ ਸੰਗਤ ਸੁਬਾਹ ਹਨੇਰੇ ਹੀ ਚਲੇ ਜਾਂਦੇ ਸੀ ਪਾਣੀ ਲੈਣ ਨਾ। ਤੇ ਇੱਕ ਦਿਨ ਆ ਰਹੇ ਪਾਣੀ ਲੈ ਕੇ, ਸਾਧ ਸੰਗਤ ਰਸਤੇ ਦੇ ਵਿੱਚੋਂ, ਘਰਾਂ ਦੇ ਵਿੱਚੋਂ ਰਸਤੇ ਹੁੰਦੇ ਸੀ। ਤੇ ਸਾਧ ਸੰਗਤ ਇੱਕ ਘਰ 'ਚ ਉਹ ਕੱਪੜਾ ਬੁਣਨ ਦਾ ਕੰਮ ਕਰਦੇ ਸੀ। ਉਹਨਾਂ ਨੇ ਖੱਡੀ ਲਾਈ ਦੀ ਹੁੰਦੀ ਸੀ ਤੇ ਸਾਧ ਸੰਗਤ ਪਿੱਛੇ ਕਿੱਲੀਆਂ ਕੁੱਲੀਆਂ ਲਾਈ ਦੀਆਂ ਹੁੰਦੀਆਂ। ਕਿਤੇ ਇੱਕ ਦਿਨ ਉਹ ਪੈਰ ਅੜਿਆ ਤੇ ਉਹ ਡਿੱਗ ਪਏ, ਹਨੇਰਾ ਸੀ। ਤੇ ਸਾਧ ਸੰਗਤ ਉਹ ਜਿਹੜਾ ਬੰਦਾ ਸੀ ਘਰ ਦਾ ਮਾਲਕ, ਉਹ ਘਰ ਵਾਲੇ ਨੂੰ ਕਹਿੰਦਾ, ਦੇਖੀ ਕੀ ਹੋਇਆ, ਬਾਹਰ ਕੌਣ ਡਿੱਗਾ ਹੈ? ਤੇ ਉਹ ਕਹਿਣ ਲੱਗੀ, ਹੋਣਾ ਅਮਰੂ ਨਥਾਵਾਂ, ਜਿਹਨੂੰ ਕਿਤੇ ਜਗ੍ਹਾ ਨਹੀਂ ਮਿਲਦੀ, ਆਪਣੇ ਇੱਥੇ ਕੁੜਮਾਂ ਦੇ ਘਰ ਆ ਕੇ ਬੈਠਾ ਹੋਇਆ ਹੈ, ਉਹਨਾਂ ਦੇ ਰੋਟੀਆਂ ਖਾ ਰਿਹਾ ਹੈ, ਕਈ ਕੁਛ ਉਹਨੇ ਜੋ ਵੀ ਮਤਲਬ ਕਹਿੰਦੇ ਹਨ। ਤਾਂ ਸਾਧ ਸੰਗਤ ਉਹ ਗਾਗਰ ਉਹਨਾਂ ਦੀ ਨਹੀਂ ਡਿੱਗੀ, ਗਾਗਰ ਲਿਆ ਕੇ ਉਹਨਾਂ ਗੁਰੂ ਜੀ ਨੂੰ ਇਸ਼ਨਾਨ ਕਰਾਇਆ। ਔਰ ਸਾਧ ਸੰਗਤ ਗੁਰੂ ਮਹਾਰਾਜ ਨੇ ਇਤਨੀਆਂ ਆਸ਼ੀਰਵਾਦਾਂ ਦਿੱਤੀਆਂ ਕਿ ਗੁਰੂ ਅਮਰਦਾਸ ਨੂੰ ਕਿਹਾ ਕਿ ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ, ਨਿਓਟਿਆਂ ਦੀ ਓਟ ਗੁਰੂ ਅਮਰਦਾਸ, ਨਿਪੱਤਿਆਂ ਦੀ ਪੱਤ ਗੁਰੂ ਅਮਰਦਾਸ। ਸਾਧ ਸੰਗਤ ਇਤਨੀਆਂ ਆਸ਼ੀਰਵਾਦਾਂ ਦੇ ਕੇ ਉਹਨਾਂ ਨੂੰ ਗੁਰਗੱਦੀ ਦੇ ਦਿੱਤੀ। ਤੀਸਰੇ ਗੁਰੂ ਅਮਰਦਾਸ ਪ੍ਰਗਟ ਹੋਏ। ਉਹ ਸਾਧ ਸੰਗਤ ਇਹ ਜਿੰਨੇ ਵੀ ਗੁਰੂ ਦੀ ਮੱਤ ਲੈ ਕੇ ਜੋ ਵੀ ਚੱਲਿਆ ਨਾ, ਉਹ ਸੁਖੀ ਰਿਹਾ ਹੈ। ਉਹਨੇ ਦੁਨੀਆ ਦੀ ਪਰਵਾਹ ਨਹੀਂ ਕੀਤੀ ਕਿ ਲੋਕੀ ਮੈਨੂੰ ਕੀ ਕਹਿਣਗੇ। ਉਹ ਇਹ ਕੰਮ ਕਰਦਾ ਹੈ, ਮੈਂ ਇਹ ਕਰਦਾ ਹਾਂ। ਨਹੀਂ, ਸਾਧ ਸੰਗਤ ਗੁਰੂ ਮੱਤ ਔਰ ਮਨ ਮੱਤ 'ਚ ਇੰਨਾ ਫਰਕ ਹੁੰਦਾ ਹੈ। ਮਨ ਮੱਤ ਹੈ ਕਿ ਕੋਈ ਚੀਜ਼ ਨਹੀਂ ਚੰਗੀ ਲੱਗੀ, ਛੱਡੋ ਜੀ, ਇੱਧਰ ਨਹੀਂ ਤੇ ਇਹ ਕੰਮ ਕਰ ਲੈਂਦੇ ਹਾਂ। ਤੇ ਗੁਰਮਤ ਜੋ ਹੈ, ਜੋ ਕਹਿਤਾ ਗੁਰੂ ਨੇ ਕਿ ਇਸ ਤਰ੍ਹਾਂ ਕਰਨਾ ਹੈ, ਤੇ ਸਾਧ ਸੰਗਤ ਉਹ ਗੁਰਮੁਖ ਉੱਧਰ ਹੀ ਚੱਲ ਪੈਂਦਾ ਹੈ, ਉੱਧਰ ਹੀ ਆਪਣਾ ਮੁੱਖ ਕਰ ਲੈਂਦਾ ਹੈ। ਬਹੁਤ ਸਾਧ ਸੰਗਤ ਸਤਿਗੁਰੂ ਕਿਰਪਾ ਕਰੇ, ਸਭ ਨੂੰ ਸੁੱਖ ਦੇਵੇ, ਸਭ ਨੂੰ ਸਮੱਤ ਦੇਵੇ, ਸਭਨਾਂ ਦਾ ਭਲਾ ਕਰੇ। ਇਹਦੇ ਚਰਨਾਂ ਨਾਲ ਲੱਗੇ ਰਹੀਏ, ਸੇਵਾ ਸਿਮਰਨ ਸਤਸੰਗ ਕਰਦੇ ਰਹੀਏ। ਘਰ 'ਚ ਸੁੱਖ ਸ਼ਾਂਤੀ ਦੇਣਾ ਸੱਚੇ ਪਾਤਸ਼ਾਹ, ਘਰ 'ਚ ਬਰਕਤਾਂ ਪਾਉਣਾ, ਤੰਦਰੁਸਤੀਆਂ ਦੇਣਾ, ਸਭ ਦਾ ਭਲਾ ਕਰਨਾ। ਇਹ ਅਰਦਾਸ ਇਹਦੇ ਚਰਨਾਂ 'ਚ ਪਿਆਰ ਨਾਲ ਕਹਿਣਾ ਜੀ। ਧੰਨ ਨਿਰੰਕਾਰ ਜੀ।